ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਵੌਇਸ ਆਫ ਪੰਜਾਬ ਟੀਵੀ ਤੇ ਮੈਂ ਹਾਂ ਰਾਜਵਿੰਦਰ ਕੌਰ। ਸਤਿ ਸ਼੍ਰੀ ਅਕਾਲ, ਮੈਂ ਜਿੰਦੀ ਮਾਰਚਣੀ ਤੇ ਦੋਸਤੋ ਲੈ ਕੇ ਹਾਜ਼ਰ ਹਾਂ ਇੱਕ ਵਾਰ ਫਿਰ ਖਬਰਸਾਰ ਪ੍ਰੋਗਰਾਮ ਤੇ। ਜਿੱਦਾਂ ਤੁਹਾਨੂੰ ਪਤਾ ਸਭ ਨੂੰ ਕਿ ਖਬਰਸਾਰ ਦੇ ਵਿੱਚ ਅਸੀਂ ਨਿਊਜ਼ਪੇਪਰਸ ਦੀਆਂ ਹੈਡਲਾਈਨਸ ਦੀਆਂ ਜਿਹੜੇ ਖਬਰਾਂ ਹੁੰਦੀਆਂ ਉਹਨਾਂ ਦੀ ਕਰੀਦੀ ਆ ਚਰਚਾ। ਤੇ ਰਾਜਵਿੰਦਰ, ਅੱਜ ਆਪਾਂ ਸਭ ਨੂੰ ਪਤਾ ਆ ਕਿ ਅੱਜ ਹੈਡਲਾਈਨਸ ਜਿਹੜੀਆਂ ਕਿਹੜੀਆਂ ਆ। ਜੀ ਬਿਲਕੁਲ, ਕਿਉਂਕਿ ਦੇਖੋ ਬੰਗਾਲ ਚੋਣਾਂ ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਔਰ ਕੱਲ ਜਿਹੜੇ ਨਤੀਜੇ ਆ ਬੰਗਾਲ ਦੀਆਂ ਚੋਣਾਂ ਦੇ ਸਾਹਮਣੇ ਆ ਗਏ ਤੇ ਉਹਦੇ ਵਿੱਚ ਤ੍ਰਿਣਮੂਲ ਕਾਂਗਰਸ ਦੀ ਇੱਕ ਵੱਡੀ ਜਿੱਤ ਹੋਈ ਆ। ਤੇ ਅੱਜ ਸਾਰੇ ਅਖਬਾਰਾਂ ਦੇ ਪਹਿਲੇ ਪੰਨੇ ਤੇ ਆਲਮੋਸਟ ਹੀ ਜਿਹੜੀਆਂ ਉਹਨਾਂ ਦੀ ਜਿੱਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਤੇ ਉੱਥੋਂ ਹੀ ਆਪਾਂ ਸ਼ੁਰੂ ਕਰਦੇ ਹਾਂ। ਅਜੀਤ ਹੈ ਨਿਊਜ਼ਪੇਪਰ ਮੇਰੇ ਕੋਲੇ, ਜਿਹਦੇ 'ਚ ਉਹਨਾਂ ਨੇ ਲਿਖਿਆ ਕਿ ਬੰਗਾਲ 'ਚ ਹਾਰ ਕੇ ਵੀ ਜਿੱਤ ਗਈ ਮਮਤਾ ਤੇ ਤ੍ਰਿਣਮੂਲ ਨੂੰ ਭਾਰੀ ਬਹੁਮਤ ਮਿਲੀ ਹੈ। ਤੇ ਨਾਲ ਹੀ ਉਹਨਾਂ ਨੇ ਲਿਖਿਆ ਕਿ ਨਹੀਂ ਚੱਲਿਆ ਮੋਦੀ ਤੇ ਸ਼ਾਹ ਦਾ ਜਾਦੂ ਤੇ ਕਾਂਗਰਸ ਤੇ ਖੱਬੇ ਪਾਰਟੀਆਂ ਦਾ ਜਿਹੜਾ ਸਫਾਇਆ ਹੋਇਆ ਉੱਥੇ। ਬਿਲਕੁਲ। ਤੇ ਰਾਜਵਿੰਦਰ, ਸਭ ਨੂੰ ਪਤਾ ਕਿ ਪਿਛਲੇ ਕਿੰਨੇ ਸਮੇਂ ਤੋਂ ਜਿਹੜੀਆਂ ਬੰਗਾਲ ਦੀਆਂ ਚੋਣਾਂ ਨੂੰ ਲੈ ਕੇ ਸੰਘਰਸ਼ ਚੱਲ ਰਹੇ ਸੀਗੇ। ਤੇ ਗੱਲ ਆਪਾਂ ਕਰੀਏ ਉੱਥੇ ਆਣ ਕੇ ਕਿ ਕਰੋਨਾ ਕਾਲ ਦਾ ਵੀ ਇੱਕ ਕਹਿਰ ਉਸੇ ਦੌਰਾਨ ਹੀ ਜਿੱਦਾਂ ਲਹਿਰ ਉੱਠ ਕੇ ਆਈ ਸੀਗੀ। ਤੇ ਉਹਦੇ ਦੌਰਾਨ ਜਿੱਦਾਂ ਆਪਾਂ ਕਹਿ ਲਈਏ ਕਿ ਸਾਡੇ PM ਸਾਹਿਬ ਨੂੰ ਵੀ ਚੇਤਾ ਭੁੱਲ ਗਿਆ ਸੀਗਾ ਕਿ ਮੇਰੇ ਦੇਸ਼ ਦੇ ਵਿੱਚ ਜਿਹੜੀ ਸੁਨਾਮੀ ਦੀ ਲਹਿਰ ਜਿਹੜੀ ਹੈਗੀ ਆ ਕਰੋਨਾ ਦੀ, ਉਹ ਉੱਠ ਰਹੀ ਆ, ਛੱਲਾ ਮਾਰ ਰਹੀ ਆ। ਬਟ ਉਹਨੂੰ ਵੀ ਨਜ਼ਰ ਅੰਦਾਜ਼ ਕਰਕੇ ਤੇ ਰੈਲੀਆਂ ਹੁੰਦੀਆਂ ਰਹੀਆਂ। ਸਭ ਕੁਛ ਜਿਹੜੇ ਆਪਾਂ ਕਹਿ ਲਈਏ ਕਿ ਕਰੋਨਾ ਦੇ ਜੋ ਨਿਯਮ ਸੀਗੇ ਉਹਦੀਆਂ ਬਹੁਤ ਧੱਜੀਆਂ ਉੱਡਦੀਆਂ ਦਿਸੀਆਂ ਇਹਨਾਂ ਰੈਲੀਆਂ ਦੇ ਵਿੱਚ। ਇਹ ਹੋਣ ਦੇ ਬਾਵਜੂਦ ਵੀ, ਇਹ ਸਾਰਾ ਕੁਛ ਕਰਨ ਦੇ ਬਾਵਜੂਦ ਵੀ ਆਪਾਂ ਕਹਿ ਲਈਏ ਕਿ ਜਿੱਤ ਜਿਹੜੀ ਹੈਗੀ ਆ ਆਵਾਮ ਦੀ ਹੋਈ ਆ। ਬਿਲਕੁਲ, ਆਵਾਮ ਦੀ ਆਵਾਜ਼ ਦੀ ਹੋਈ ਆ। ਤੇ ਪਹਿਲੀ ਵਾਰ ਮੈਨੂੰ ਲੱਗਦਾ ਆ ਕਿ ਇੰਡੀਆ ਦੀ ਹਿਸਟਰੀ ਦੇ ਵਿੱਚ, ਮੇਰੀ ਸੁਰਤ ਦੇ ਵਿੱਚ ਜਿੱਥਾ ਕਹਿਰਮਾ, ਕਿ ਆਵਾਮ ਜਿਹੜੀ ਹੈਗੀ ਆ ਕਿਸੇ ਵੀ ਸੂਬੇ ਦੀ ਜਾਗੀ ਆ। ਤੇ ਇੱਕ ਆਪਾਂ ਕਹਿ ਲਈਏ ਕਿ ਐਗਜ਼ਾਮਪਲ ਬਣ ਚੁੱਕੀ ਆ। ਜਿੱਦਾਂ ਹੁਣ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਚੱਲ ਰਹੇ ਆ। ਵੈਸੇ ਤਾਂ ਦੇਸ਼ ਭਰ ਦੇ ਵਿੱਚ ਆ, ਬਟ ਸਟਾਰਟ ਜਿਹੜੇ ਹੁੰਦੇ ਆ ਪੰਜਾਬ ਦੇ ਵਿੱਚੋਂ ਹੁੰਦੇ ਆ। ਤੇ ਹਰਿਆਣਾ, UP ਤੇ ਹੋਰ ਵੀ ਜਿੱਦਾਂ ਬਹੁਤ ਹੀ ਆਪਾਂ ਕਹਿ ਲਈਏ ਕਿ ਇਸ ਕਿਸਾਨੀ ਅੰਦੋਲਨ ਦਾ ਜਿਹੜਾ ਗਿਆ ਹੋਇਆ ਆ। ਐਂਡ ਇਹੀ ਕਿਸਾਨੀ ਅੰਦੋਲਨ ਜਦੋਂ ਰੈਲੀਆਂ ਚੱਲ ਰਹੀਆਂ ਸੀਗੀਆਂ ਤੇ ਕਿਸਾਨ ਜਿਹੜੇ ਸੀਗੇ ਗਏ ਬੰਗਾਲ ਦੇ ਵਿੱਚ ਦੱਸਣ ਵਾਸਤੇ ਕਿ ਅਗਰ ਤੁਸੀਂ ਆਪਣੇ ਹੱਕਾਂ ਦੇ ਲਈ ਨਹੀਂ ਬੋਲੋਗੇ, ਬਿਲਕੁਲ, ਤੇ ਫਿਰ ਕਦੀ ਵੀ ਨਹੀਂ। ਤੇ ਜਿੱਤ ਹੋ ਗਈ ਆ ਉੱਥੇ ਦੀ ਆਵਾਮ ਦੀ। ਭਾਵੇਂ ਉਹ ਇਹ ਨਹੀਂ ਆਪਾਂ ਕਹਿ ਲਈਏ ਕਿ ਖੇਤੀ ਬਿੱਲਾਂ ਨੂੰ ਲੈ ਕੇ ਹੀ ਆ। ਆਵਾਜ਼ ਜਿਹੜੀ ਸਾਡੇ ਹੱਕਾਂ ਦੀ ਆ, ਆਮ ਜ਼ਿੰਦਗੀ ਦੇ ਵਿੱਚ ਆਮ ਇਨਸਾਨ ਦਾ ਹੱਕ ਜਿਹੜਾ ਹੈਗਾ ਆ, ਜਿੱਥੇ ਵੀ ਖੋਇਆ ਜਾਂਦਾ ਆ, ਤੇ ਆਵਾਮ ਜਿਹੜੀ ਉੱਥੇ ਦੀ ਜਾਗ ਜਾਵੇ ਤੇ ਤਖਤਾ ਪਲਟ ਦਿੰਦੀ ਆ। ਬਿਲਕੁਲ। ਤੇ ਇਹ ਜਿਹੜਾ ਬੰਗਾਲ ਦੇ ਲੋਕ ਹੈਗੇ ਆ, ਇਹਨਾਂ ਨੇ ਦਿਖਾ ਦਿੱਤਾ ਕਿ ਪੜ੍ਹੇ ਲਿਖੇ ਇਨਸਾਨ ਜਿਹੜੇ ਆ ਨਾ, ਉਹ ਤੇ ਜਿੱਦਾਂ ਕਹਿੰਦੇ ਪੜ੍ਹ ਕੇ ਅਨਪੜ੍ਹ ਬਣਦੇ ਜਿਹੜੇ ਆ, ਉਹਨਾਂ 'ਚ ਕੀ ਫਰਕ ਆ। ਤੇ ਅੱਜ ਮੈਨੂੰ ਲੱਗਦਾ ਕਿ ਦੇਸ਼ ਭਰ ਦੇ ਜਿਹੜੇ ਹੈਗੇ ਆ ਲੋਕ ਇਹਨਾਂ ਨੂੰ ਸਲੂਟ ਕਰਦੇ ਆ, ਸਲਾਮ ਕਰਦੇ ਆ। ਤੇ ਮੈਨੂੰ ਲੱਗਦਾ ਕਿ ਜਿੱਥੇ ਜਿੱਥੇ ਆਪਣੇ ਏਸ਼ੀਅਨ ਜਿੱਦਾਂ ਇੰਡੀਅਨ ਬੈਠੇ ਆ, ਭਾਵੇਂ ਆਪਾਂ ਕਹਿ ਲਈਏ ਕਿ ਦੁਨੀਆ ਦੇ ਕਿਸੇ ਵੀ ਕੋਰਨਰ ਤੇ ਅੱਜ ਸਲਾਮਾਂ ਹੁੰਦੀਆਂ ਮਮਤਾ ਬੈਨਰਜੀ ਨੂੰ, ਸਲੂਟ ਹੋ ਰਹੇ ਆ। ਬਿਲਕੁਲ। ਤੇ ਕਿਉਂਕਿ ਇੱਕ ਔਰਤ ਹੋਣ ਦੇ ਨਾਤੇ ਜੋ ਉਹਨਾਂ ਨੇ ਇੱਕ ਸੰਘਰਸ਼, ਭਾਵੇਂ ਉਹ ਹਾਰ ਹੀ ਗਏ ਆ, ਬਟ ਫਿਰ ਵੀ ਜਿੱਦਾਂ ਹਾਰ ਕੇ ਫਿਰ ਵੀ ਜਿੱਤੇ ਆ। ਕਿਉਂਕਿ ਜਿੱਤ ਇਹ ਨਹੀਂ ਹੁੰਦੀ ਕਿ ਹਾਂਜੀ ਤੁਸੀਂ ਉਸ ਅਹੁਦੇ ਤੇ ਪਹੁੰਚ ਗਏ ਆ ਕਿ ਨਹੀਂ ਪਹੁੰਚ ਗਏ। ਗੱਲ ਹੁੰਦੀ ਆ ਕਿ ਉਸ ਸੰਘਰਸ਼ ਦੇ ਵਿੱਚ ਪਬਲਿਕ ਜਿਹੜੀ ਹੈਗੀ ਆ ਤੁਹਾਨੂੰ ਕਿੰਨਾ ਕੁ ਸਪੋਰਟ ਕਰ ਰਹੀ ਆ। ਭਾਵੇਂ ਆਪਾਂ ਗੱਲ ਕਰ ਲਈਏ ਕਿ ਆਪਾਂ ਨੂੰ ਪਤਾ ਹੀ ਆ ਕਿ ਇੰਡੀਆ ਦੇ ਵਿੱਚ ਇਲੈਕਸ਼ਨਸ ਹੁੰਦੇ ਆ, ਭਾਵੇਂ ਉਹ ਪਿੰਡਾਂ ਦੇ ਪੱਧਰ ਤੇ ਹੋਣ, ਸਰਪੰਚੀ ਦੇ ਹੋਣ, ਤੇ ਭਾਵੇਂ ਹੁਣ ਆਪਾਂ ਕਹਿ ਲਈਏ ਕਿ ਇੰਨੇ ਉੱਚ ਪੱਧਰ ਦੇ ਜਿਹੜੇ ਇਹ ਇਲੈਕਸ਼ਨਸ ਆ। ਹਰ ਥਾਂ ਜਿੱਦਾਂ ਆਪਾਂ ਕਹਿ ਲਈਏ ਕਿ ਹੇਰਾ ਫੇਰੀਆਂ ਚੱਲਦੀਆਂ, ਉਹ ਹਰ ਇੱਕ ਨੂੰ ਆਪਾਂ ਨੂੰ ਪਤਾ ਆ ਕਿ ਕਿਤੇ ਨਾ ਕਿਤੇ ਜਾ ਕੇ ਜਿਹੜੇ ਵੋਟ ਪਾਉਣ ਵਾਲੇ ਹੁੰਦੇ ਆ ਉਹਨਾਂ ਨੂੰ ਲਾਲਚ ਦਿੱਤੇ ਜਾਂਦੇ ਆ, ਪਤਾ ਨਹੀਂ ਕੀ ਜਿੱਦਾਂ ਹੁੰਦਾ ਆ। ਚਲੋ ਫਿਰ ਵੀ ਆਪਾਂ ਗੱਲ ਕਰਦੇ ਆ ਕਿ ਭਾਵੇਂ ਮਮਤਾ ਬੈਨਰਜੀ ਆਪਣੀ ਸੀਟ ਜਿਹੜੀ ਹਾਰ ਚੁੱਕੀ ਆ, ਬਟ ਫਿਰ ਵੀ ਲਗਾਮ ਜਿਹੜੀ ਹੈਗੀ ਆ
ਉਹਨਾਂ ਦੇ ਹੱਥ ਦੇ ਵਿੱਚ ਆ। ਬਿਲਕੁਲ, ਦੇਖੋ ਜੀ, ਸਾਰੇ ਈਵਨ ਆਪਾਂ ਇਹ ਨਹੀਂ ਕਹਿ ਸਕਦੇ ਕਿ ਬੰਗਾਲ ਦੇ ਵਿੱਚ ਇਸ ਜਿੱਤ ਦੀ ਖੁਸ਼ੀ ਮਨਾਈ ਜਾ ਰਹੀ ਹੈ, ਪੰਜਾਬ ਦੇ ਲੋਕ ਵੀ, ਕਿਉਂਕਿ ਮੈਨੂੰ ਲੱਗਦਾ ਕਿ ਲੋਕਾਂ ਨੂੰ ਇਹਦੀ ਜਿੱਤ ਦੇ ਨਾਲੋਂ ਵੀ ਇਸ ਚੀਜ਼ ਦੀ ਖੁਸ਼ੀ ਹੈ ਕਿ ਜਿਹੜੀ ਭਾਜਪਾ ਹੈ ਉੱਥੇ ਹਾਰ ਗਈ ਆ। ਕਿਉਂਕਿ ਪੰਜਾਬ ਦੇ ਵਿੱਚ ਜਦੋਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਤੇ ਉਦੋਂ ਤੋਂ ਹੀ ਜਿਹੜੀ ਭਾਜਪਾ ਦਾ ਵਿਰੋਧ ਹੈ ਪੰਜਾਬ ਦੇ ਲੋਕਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਸੀਗਾ, ਤੇ ਅੱਜ ਪੰਜਾਬ ਦੇ ਲੋਕਾਂ ਦੇ ਦੁਆਰਾ ਵੀ ਬਹੁਤ ਜ਼ਿਆਦਾ ਖੁਸ਼ੀ ਮਨਾਈ ਜਾ ਰਹੀ ਹੈ। ਦੂਜੀ, ਜਿਸ ਤਰ੍ਹਾਂ ਤੁਸੀਂ ਕਿਸਾਨਾਂ ਦੀ ਗੱਲ ਕਰ ਰਹੇ ਸੀ, ਤਾਂ ਕਿਸਾਨਾਂ ਦੇ ਵੱਲੋਂ ਵੀ ਸਿੰਘੂ ਬਾਰਡਰ ਤੇ ਜਿਹੜੀ ਮਮਤਾ ਬੈਨਰਜੀ ਦੀ ਜਿੱਤ ਹੈ ਉਹਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਿਸਾਨਾਂ ਦੇ ਵਿਰੋਧ ਦਾ ਨਤੀਜਾ ਇਹ, ਤੇ ਇਸ ਕਰਕੇ ਜਿਹੜੇ ਭਾਜਪਾ ਜੇ ਟਾਈਮ ਰਹਿੰਦਾ, ਭਾਜਪਾ ਨੂੰ ਹੁਣ ਵੀ ਸਮਝਣਾ ਚਾਹੀਦਾ। ਤੇ ਖੇਤੀ ਬਿੱਲਾਂ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਨੂੰ ਜਿਹੜਾ ਹੁਣ, ਕਿਉਂਕਿ ਲੋਕਾਂ ਦੇ ਵਿੱਚ ਇੱਕ ਜਾਗਰਤੀ ਦੀ ਜਿਹੜੀ ਲਹਿਰ ਆ ਉਹ ਸ਼ੁਰੂ ਹੋ ਗਈ ਆ, ਉਸੇ ਦਾ ਨਤੀਜਾ। ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀ ਜਿਹੜੇ ਖੇਤੀ ਕਾਨੂੰਨ ਹੈ ਹੁਣ ਤਾਂ ਵਾਪਸ ਲੈ ਲੈਣੇ ਚਾਹੀਦੇ ਆ। ਤੇ ਰਾਜਵਿੰਦਰ, ਆਪਾਂ ਗੱਲ ਕਰਦੇ ਹਾਂ, ਚਲੋ, ਕਿਉਂਕਿ ਇਹ ਅੱਜ ਦਾ ਜਿਹੜਾ ਹੈਡਲਾਈਨਸ ਜਿਹੜੀਆਂ ਖੇਤੀ ਕਾਨੂੰਨਾਂ ਨੂੰ ਲੈ ਕੇ ਨਹੀਂ, ਬਟ ਫਿਰ ਵੀ ਆਪਾਂ ਗੱਲ ਕਰਦੇ ਹਾਂ ਸਿੰਘੂ ਬਾਰਡਰ ਤੇ ਆਪਾਂ ਜਦੋਂ ਦੇਖਣ ਨੂੰ ਮਿਲਿਆ ਹੈਗਾ ਕਿ ਜਦੋਂ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੀ ਜਿਹੜੀ ਪਾਰਟੀ ਹੈਗੀ ਆ ਉਹ ਜਿੱਤਦੀ ਆ, ਹੋਂਦ ਵਿੱਚ ਆਉਂਦੀ ਆ, ਤੇ ਨਾਲ ਦੀ ਨਾਲ ਹੀ ਉੱਥੇ ਜਿੱਦਾਂ ਜਸ਼ਨ ਮਨਾਏ ਜਾਣ ਲੱਗ ਪਏ, ਲੱਡੂ ਵੰਡੇ ਜਾਣ ਲੱਗ ਪਏ। ਤੇ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਅਸੀਂ ਪੰਜਾਬੀ ਜਿਹੜੇ ਹੈਗੇ ਆ ਨਾ, ਜਲਦਬਾਜ਼ੀ ਬਹੁਤ ਕਰਦੇ ਆ। ਜਸ਼ਨ ਸਾਨੂੰ ਮਨਾਉਣੇ ਚਾਹੀਦੇ ਆ, ਜ਼ਰੂਰ ਮਨਾਉਣੇ ਚਾਹੀਦੇ ਆ, ਬਟ ਜਿਸ ਸੰਘਰਸ਼ ਲਈ ਤੁਸੀਂ ਉੱਥੇ ਬੈਠੇ ਆ, ਕੀ ਤੁਸੀਂ ਉਹ ਜਿੱਤ ਲਿਆ? ਕੀ ਤੁਸੀਂ ਕਿਹੜੇ ਮੁਕਾਮ ਤੇ ਖੜੇ ਆ? ਆਪਾਂ ਸਭ ਨੂੰ ਪਤਾ ਹੈ ਕਿ 26 ਜਨਵਰੀ ਤੋਂ ਬਾਅਦ ਸੰਘਰਸ਼ ਮੁੜ ਕੇ ਜਿੱਦਾਂ ਧਰਤੀ ਤੇ ਰੁਕ ਗਿਆ, ਖੜ ਗਿਆ, ਡਿੱਗ ਗਿਆ ਆ। ਜਸ਼ਨ ਸਾਨੂੰ ਉਦੋਂ ਮਨਾਉਣੇ ਚਾਹੀਦੇ ਆ। ਮੈਂ ਤਾਂ ਇਹ ਕਹਿੰਦੀ ਹੁੰਦੀ ਆ ਕਿ ਜਸ਼ਨ ਜਿਹੜੇ ਹੈਗੇ ਜਦੋਂ ਬੰਦਾ ਮਨਾਉਂਦਾ ਆ ਤੇ ਦੂਸਰੇ ਜਾਣੇ ਦੀ ਹਾਰ ਨਹੀਂ, ਆਪਣੀ ਕਮਜ਼ੋਰੀ ਦਾ ਜਸ਼ਨ ਮਨਾਉਂਦਾ ਕਿ ਮੈਂ ਭਾਵੇਂ ਕਮਜ਼ੋਰ ਸੀਗਾ ਬਟ ਮੈਂ ਜਿੱਤ ਗਿਆ ਆ। ਭਾਵੇਂ ਇਹ ਗੱਲ ਮੇਰੀ ਜਿਹੜੀ ਹੈਗੀ ਆ ਕਈਆਂ ਨੂੰ ਨਹੀਂ ਚੰਗੀ ਲੱਗੂਗੀ, ਬਟ ਗੱਲ ਇਹੀ ਹੁੰਦੀ ਆ ਕਿ ਜਸ਼ਨ ਅਸੀਂ ਭਾਵੇਂ ਘਰ ਦੇ ਵਿੱਚ ਕੋਈ ਛੋਟੀ ਮੋਟੀ ਵੀ ਜਿਹੜੀ ਖੁਸ਼ੀ ਹੁੰਦੀ ਆ ਉਹਦੇ ਲਈ ਵੀ ਮਨਾਉਂਦੇ ਆ, ਬਟ ਆਹ ਜਿਹੜਾ ਕੱਲ ਮੈਨੂੰ ਬਾਰਡਰਾਂ ਦੇ ਉੱਤੇ ਦੇਖਣ ਨੂੰ ਮਿਲਿਆ, ਲੱਡੂ ਵੰਡ ਹੋ ਰਹੇ ਆ, ਭੰਗੜੇ ਪਾਏ ਜਾ ਰਹੇ ਆ, ਨੱਚ ਰਹੇ ਆ, ਸਾਡੀਆਂ ਮਾਵਾਂ ਭੈਣਾਂ ਵੀ ਉੱਥੇ ਗਿੱਧਾ, ਭੰਗੜਾ, ਡਾਂਸ ਜਿਹੜਾ ਮਿਊਜ਼ਿਕ ਲਾ ਕੇ ਕਰ ਰਹੇ ਆ। ਕੀ ਤੁਸੀਂ ਆਪਣੀ ਜੰਗ ਜਿੱਤ ਲਈ ਆ? ਕੀ ਤੁਹਾਡੀ ਜਿਹੜੀ ਜੰਗ, ਜਿਹੜੀ ਤੁਹਾਡੀ ਜਦੋਜਹਿਦ ਲਈ ਤੁਸੀਂ ਉੱਥੇ ਜਾ ਕੇ ਬੈਠੇ ਆ, ਉਹ ਕਿੱਧਰ ਨੂੰ ਜਾ ਰਿਹਾ ਆ? ਜੇ ਉਹਦਾ ਜਿਹੜੀ ਤੁਹਾਡੀ ਲੀਡ ਹੈਗੀ ਆ, ਉਹਦੀ ਆਪਾਂ ਕਹ ਲਈਏ ਰੱਸੀ ਜਿਹੜੀ ਹੈਗੀ ਆ, ਉਹ ਤਾਂ ਤੁਸੀਂ ਛੱਡ ਕੇ ਬੈਠ ਗਏ ਆ, ਤੇ ਦੂਸਰਿਆਂ ਦੀਆਂ ਜਿੱਤਾਂ ਦੀ ਜਸ਼ਨ ਮਨਾਇਆ ਦਾ ਸਾਡਾ ਕੀ ਫਾਇਦਾ? ਮਨਾਉਣੇ ਚਾਹੀਦੇ ਆ ਕਿ ਦੂਸਰੇ ਦੀ ਖੁਸ਼ੀ ਵੀ ਮਨਾਉਣੀ ਚਾਹੀਦੀ ਆ, ਬਟ ਜਿਸ ਸੰਘਰਸ਼ ਲਈ ਤੁਸੀਂ ਉੱਥੇ ਬੈਠੇ ਹੋ, ਕੀ ਉਹ ਕਿਸੇ ਪਾਸੇ ਲੱਗ ਰਿਹਾ ਆ? ਜੇ ਨਹੀਂ ਲੱਗ ਰਿਹਾ ਤੇ ਫਿਰ ਅਸੀਂ ਕਿਉਂ ਇਹ ਕੁਛ ਕਰ ਰਹੇ ਆ ਕਿ ਘਰਾਂ ਦੇ ਵਿੱਚੋਂ ਨਿਕਲ ਕੇ ਆਪਣੇ ਘਰ-ਬਾਰ, ਆਪਣੇ ਬੱਚੇ ਛੱਡ ਕੇ, ਤੇ ਕੀ ਉੱਥੇ ਅਸੀਂ ਜਸ਼ਨ ਮਨਾਉਣ ਲਈ ਹੀ ਗਏ ਆ? ਜਸ਼ਨ ਉਦਣ ਮੰਨਣੇ ਚਾਹੀਦੇ ਆ ਜਿੱਦਣ ਤੁਹਾਡੀ ਜਿੱਤ ਹੋ ਕੇ ਤੇ ਘਰ ਵਾਪਸੀ ਹੋਵੇ। ਹੋ ਸਕਦਾ ਹੈ ਕਿ ਉਹਨਾਂ ਨੂੰ ਇਹ ਉਮੀਦ ਹੋਵੇ, ਕਿਉਂਕਿ ਇਸ ਜਿੱਤ ਦੇ ਨਾਲੋਂ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਉਹਨਾਂ ਦੇ ਮਨ 'ਚ ਇਹ ਹੋਵੇ ਕਿ ਭਾਜਪਾ ਹਾਰੀ ਹੈ, ਕਿਉਂਕਿ ਆਪਣੇ ਵੀ ਅੱਗੇ 2022 ਤੱਕ ਜਿਹੜੀਆਂ ਚੋਣਾਂ ਆਉਣ ਵਾਲੀਆਂ, ਤੇ ਹੋ ਸਕਦਾ ਉਹਨਾਂ ਨੂੰ ਇਹ ਉਮੀਦ ਦੀ ਕਿਰਨ ਹੋਵੇ ਕਿ ਭਾਜਪਾ ਉੱਥੋਂ ਹਾਰ ਗਈ ਹੈ। ਸ਼ਾਇਦ ਜਿਹੜੀ ਉਸ ਲਹਿਰ ਦਾ ਹਿੱਸਾ ਸਾਡੇ ਪੰਜਾਬ ਦੇ ਲੋਕ ਵੀ ਇੱਕ ਨਵੀਂ ਕ੍ਰਾਂਤੀ ਲੈ ਕੇ ਆਉਣ। ਹੋ ਸਕਦਾ ਕਿ ਐਡੀ ਕੁ ਉਮੀਦ ਨਾਲ ਉਹ ਖੁਸ਼ੀਆਂ ਮਨਾਉਂਦੇ ਹੋਣ। ਹੋ ਸਕਦਾ ਰਾਜਵਿੰਦਰ, ਕਹਿਣ ਨੂੰ ਤਾਂ ਆਪਾਂ ਕਹਿ ਲਈਏ ਕਿ ਹੋ ਸਕ ਨੂੰ ਤਾਂ ਬਹੁਤ ਕੁਛ ਹੁੰਦਾ ਆ, ਤੇ ਕੋਈ ਚੀਜ਼ ਇਦਾਂ ਦੀ ਹੈਗੀ ਆ ਕਿ ਨਾਮੁਮਕਿਨ ਨਹੀਂ ਹੈਗੀ, ਬਟ ਜਿਸ ਆਪਾਂ ਕਹਿ ਲਈਏ ਕਿ ਸਟੇਜ ਦੇ ਉੱਤੇ ਹੁਣ ਆਪਾਂ ਆਣ ਕੇ ਕਹਿ ਲਈਏ ਕਿ ਸੰਘਰਸ਼ ਜਿਹੜਾ ਹੈਗਾ ਆ ਖੜ ਕੇ ਆਇਆ, ਤੇ ਆਉਣ ਵਾਲੇ ਸਮਾਂ ਹੀ ਦੱਸੂਗਾ ਕਿ ਇਸ ਸੰਘਰਸ਼ ਦਾ ਕੀ ਬਣਦਾ ਆ। ਬਟ ਇਸ ਵੇਲੇ ਤਾਂ ਆਪਾਂ ਇਹੀ ਕਹਿ ਸਕਦੇ ਹਾਂ ਕਿ ਜੋ ਵੀ ਆਪਾਂ ਨੂੰ ਕਰਨਾ ਆ ਤੇ ਉਹਦੇ ਵਿੱਚ ਸੋਚ ਸਮਝ ਕੇ ਕਦਮ ਚੱਕਣੇ ਚਾਹੀਦੇ ਆ। ਜੀ, ਔਰ ਮਮਤਾ ਦੀ ਜਿੱਤ ਤੋਂ ਬਾਅਦ ਬਹੁਤ ਸਾਰੇ ਨੇਤਾਵਾਂ ਦੇ ਦੁਆਰਾ ਉਹਨਾਂ ਨੂੰ ਵਧਾਈ ਜਿਹੜਾ ਸੁਨੇਹਾ ਉਹ ਦਿੱਤਾ ਜਾ ਰਿਹਾ। ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਨੇ ਵੀ ਉਹਨਾਂ ਨੂੰ ਇਸ ਜਿੱਤ ਤੇ ਵਧਾਈ ਦਿੱਤੀ ਹੈ, ਪਰ ਵੋਟਾਂ ਤੋਂ ਪਹਿਲਾਂ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਬੰਗਾਲ ਚੋਣਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਅੱਡੀ ਚੋਟੀ ਦਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ ਸੀਗਾ ਕਿ ਬੰਗਾਲ ਦੀਆਂ ਚੋਣਾਂ ਸਾਰਿਆਂ ਦੇ ਲਈ ਇੱਕ ਚਰਚਾ ਦਾ ਵਿਸ਼ਾ ਬਣਾ ਹੋਇਆ ਸੀਗਾ, ਪਰ ਅੱਜ ਉਹਨਾਂ ਨੇ ਉਹਨਾਂ ਨੂੰ ਵਧਾਈ ਸੁਨੇਹਾ ਦਿੱਤਾ ਤੇ ਨਾਲ ਦੀ ਨਾਲ ਸ਼ਿਵ ਸੈਨਾ ਦੇ ਵੱਲੋਂ ਵੀ ਵਧਾਈ ਦਿੱਤੀ ਹੈ, ਤੇ ਉਹਨਾਂ ਨੇ ਮਮਤਾ ਨੂੰ ਬੰਗਾਲ ਦੀ ਸ਼ੇਰਨੀ ਕਹਿ ਕੇ ਬੁਲਾਇਆ, ਕਿਉਂਕਿ ਇਹਨਾਂ ਦੀ ਤੀਜੀ ਵਾਰ ਜਿਹੜੀ ਹੈਗੀ ਹੈ ਬੰਗਾਲ ਚੋਣਾਂ ਦੇ ਵਿੱਚ ਜਿੱਤ ਹੋਈ ਹੈ। ਇਹਨਾਂ ਨੇ ਹੈਟ੍ਰਿਕ ਹੈ ਜਿਹੜੀ ਹੁਣ ਪ੍ਰਾਪਤ ਕੀਤੀ ਹੈ,
ਤੇ ਕੇਜਰੀਵਾਲ ਨੇ ਵੀ ਇਹਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਵਧਾਈ ਦਿੱਤੀ ਹੈ ਤੇ ਇਸ ਤਰ੍ਹਾਂ ਜਿਹੜਾ ਵਧਾਈਆਂ ਦਾ ਸਿਲਸਿਲਾ ਉਹ ਵੀ ਲਗਾਤਾਰ ਜਾਰੀ ਹੈ। ਤੇ ਬਿਲਕੁਲ ਰਾਜਵਿੰਦਰ ਵਧਾਈ ਦੀ ਪਾਤਰ ਹੈਗੀ ਵੀ ਆ, ਕਿਉਂਕਿ ਇੱਕ ਔਰਤ ਹੋਣ ਦੇ ਨਾਤੇ ਸ਼ੇਰਨੀ ਤਾਂ ਮੈਂ ਵੀ ਕਹੂੰਗੀ, ਕਿਉਂਕਿ ਆਪਾਂ ਵੀ ਇਹਨੂੰ ਸ਼ੇਰਨੀ ਦਾ ਖਿਤਾਬ ਦੇਵਾਂਗੇ, ਕਿਉਂਕਿ ਮੈਦਾਨ ਦੇ ਵਿੱਚ ਇਕੱਲੀ ਔਰਤ ਤੇ ਉਧਰੋਂ ਆਪਾਂ ਕਹਿ ਲਈਏ ਕਿ 3 ਵੱਡੇ ਵੱਡੇ ਸ਼ੇਰ ਜੀ ਤੇ ਉਹਨਾਂ ਦੇ ਨਾਲ ਟੱਕਰਾਂ। ਤੇ ਲੈਂਗੁਏਜ ਸਾਡੇ ਪ੍ਰਾਈਮ ਮਿਨਿਸਟਰ ਨੇ ਆਪਣੀਆਂ ਰੈਲੀਆਂ ਦੇ ਵਿੱਚ ਜਿਹੜੀ ਯੂਜ਼ ਕੀਤੀ, ਆਦਰਨੀय ਆਪਾਂ ਕਹਿ ਲਈਏ ਕਿ ਸਾਡੀ ਮਮਤਾ ਬੈਨਰਜੀ ਵਾਸਤੇ ਜੀ, ਤੇ ਉਸ ਟਾਈਮ ਪ੍ਰਾਈਮ ਮਿਨਿਸਟਰ ਸਾਡੇ ਨਰਿੰਦਰ ਮੋਦੀ ਜੀ ਤੇ ਜਿਹੜੀ ਲੈਂਗੁਏਜ ਉਹਨਾਂ ਨੇ ਯੂਜ਼ ਕੀਤੀ ਸੀਗੀ, ਤੇ ਇੱਕ ਉਹ ਆਪਣਾ ਆਪਾਂ ਕਹਿ ਲਈਏ ਨਾ ਕਿ ਅਨਪੜ੍ਹ ਇਨਸਾਨ ਦੀ ਬੋਲੀ ਜਿਹੜੀ ਜਦੋਂ ਉਹ ਯੂਜ਼ ਕੀਤੀ ਆ, ਤੇ ਬਹੁਤ ਦਿਲ ਨੂੰ ਹੁੰਦਾ ਆ ਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੋ ਕੇ ਤੇ ਇੱਕ ਔਰਤ ਵਾਸਤੇ ਇਦਾਂ ਦੇ ਲਫ਼ਜ਼ ਜਿਹੜੇ ਯੂਜ਼ ਕਰ ਸਕਦਾ, ਤੇ ਉਹ ਆਪਾਂ ਕਹਿ ਲਈਏ ਕਿ ਉਸ ਉਮੀਦ ਤੋਂ ਥੱਲੇ ਸੀ। ਜੀ ਜੀ, ਤੇ ਇਹ ਆ ਕਿ ਔਰਤ ਦਾ ਸੰਘਰਸ਼ ਤਾਂ ਸਦੀਆਂ ਤੋਂ ਹੀ ਚੱਲਦਾ ਰਿਹਾ ਆ, ਸਪੈਸ਼ਲੀ ਆਪਣੇ ਇੰਡੀਆ ਦੇ ਵਿੱਚ ਆਪਾਂ ਗੱਲ ਕਰੀਏ ਜੀ, ਤੇ ਇਤਿਹਾਸ ਭਰਿਆ ਪਿਆ ਆ ਆਪਣਾ ਔਰਤਾਂ ਦਾ ਸੰਘਰਸ਼ ਦਾ। ਬਿਲਕੁਲ, ਤੇ ਆਮ ਆਪਾਂ ਘਰਾਂ ਦੇ ਵਿੱਚ ਵੀ ਹੁਣ ਵੀ ਦੇਖਦੇ ਆ ਕਿ ਔਰਤ ਨੂੰ ਜਿਹੜਾ ਸੰਘਰਸ਼ ਜੱਦੋ ਜਹਿਦ ਜਿਹੜੀ ਹੈਗੀ ਆ ਕਰਨੀ ਪੈਂਦੀ ਆ। ਆਪਣੇ ਅੱਜ ਕੱਲ ਦੀ ਪੜ੍ਹੀ ਲਿਖੀ ਔਰਤ ਜਿਹੜੀ ਹੈਗੀ ਆ, ਕਹਿ ਦਿੰਦੇ ਨੇ ਪੜ੍ਹ ਲਿਖ ਕੇ ਆਪਾਂ ਬਹੁਤ ਕੁਝ ਹਾਸਿਲ ਕਰ ਲੈਂਦੇ ਆ, ਬਟ ਔਰਤ ਜਿਹੜੀ ਹੈਗੀ ਆ ਉਹ ਔਰਤ ਹੀ ਆ ਜੀ। ਉਹਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਆ, ਉਹਨੂੰ ਪਰਿਵਾਰ ਨੂੰ ਲੈ ਕੇ, ਬੱਚਿਆਂ ਨੂੰ ਲੈ ਕੇ, ਆਪਣੇ ਮਾਂ-ਬਾਪ ਨੂੰ ਲੈ ਕੇ ਜੀ, ਤੇ ਮੁੜ ਘਿੜ ਕੇ ਆਪਾਂ ਕਹਿ ਲਈਏ ਨਾ ਜਦੋਂ ਉਹਦੀ ਆਪਣੀ ਲਾਈਫ ਸ਼ੁਰੂ ਹੁੰਦੀ ਆ ਤਾਂ ਉਹਦੀਆਂ ਆਪਾਂ ਕਹਿ ਲਈਏ ਪੈਰਾਂ ਦੇ ਵਿੱਚ ਬੇੜੀਆਂ ਪੈ ਜਾਂਦੀਆਂ ਆ ਜੀ, ਤੇ ਕਈ ਵਾਰ ਉਹ ਰਾਈਟ ਡਿਸੀਜਨ ਨਹੀਂ ਲੈ ਸਕਦੀ, ਤੇ ਮਮਤਾ ਬੈਨਰਜੀ ਇੱਕ ਐਗਜ਼ਾਮਪਲ ਹੈਗੀ ਆ ਕਿ ਔਰਤ ਜਿਹੜੀ ਆ ਨਾ ਉਹ ਇੰਨੀ ਸਟਰੋਂਗ ਹੈਗੀ ਆ ਜੀ ਕਿ ਕੁਝ ਵੀ ਕਰ ਸਕਦੀ ਆ। ਬਿਲਕੁਲ ਸਹੀ ਕਿਹਾ ਤੁਸੀਂ, ਕਿਉਂਕਿ ਦੇਖੋ ਕਹਿੰਦੇ ਨੇ ਕਿ ਜਦੋਂ ਔਰਤ ਜਾਗਰਤ ਹੁੰਦੀ ਹੈ ਤਾਂ ਉਹ ਤਖਤਾ ਪਲਟ ਸਕਦੀ ਹੈ। ਹਾਲਾਂਕਿ ਇਤਿਹਾਸ ਗਵਾਇਆ ਕਿ ਜਿਸ ਤਰ੍ਹਾਂ ਫੂਲਨ ਦੇਵੀ ਦੀ ਗੱਲ ਕਰ ਲਈਏ, ਮਦਰ ਟਰੇਸਾ ਸੀ, ਬਹੁਤ ਸਾਰੀਆਂ ਔਰਤਾਂ ਸਾਡੇ ਇਤਿਹਾਸ ਦੇ ਵਿੱਚ ਹੋਈਆਂ ਜਿਨ੍ਹਾਂ ਨੇ ਆਪਣੀ ਇੱਕ ਵੱਖਰਾ ਜਿਹੜਾ ਮੁਕਾਮ ਹਾਸਲ ਕੀਤਾ, ਤੇ ਅੱਜ ਵੀ ਲੋਕ ਉਹਨਾਂ ਨੂੰ ਆਪਣਾ, ਬਹੁਤ ਸਾਰੇ ਲੋਕ ਉਹਨਾਂ ਨੂੰ ਆਪਣਾ ਆਈਡਲ ਮੰਨ ਕੇ ਚੱਲਦੇ ਆ, ਤੇ ਇਸੇ ਤਰ੍ਹਾਂ ਦੀ ਜਿੱਤ ਹੈ ਜਿਹੜੀ ਮਮਤਾ ਬੈਨਰਜੀ ਨੂੰ ਹੋਈ ਹੈ। ਹਾਲਾਂਕਿ ਆਪਾਂ ਨੂੰ ਇਹ ਵੀ ਪਤਾ ਕਿ ਚੋਣਾਂ ਤੋਂ ਪਹਿਲਾਂ ਅੜਿੱਕੇ ਬਹੁਤ ਸਾਰੇ ਮਤਲਬ ਇਹਨਾਂ ਦੀ ਜਿੱਤ ਦੇ ਵਿੱਚ ਸੀ। ਦੇਖੋ ਉਹਨਾਂ ਦਾ ਜ਼ਖਮੀ ਹੋਣਾ, ਉਸ ਤੋਂ ਬਾਅਦ ਉਹਨਾਂ ਦਾ ਫਿਰ ਚੋਣ ਪ੍ਰਚਾਰ ਦੇ ਲਈ ਡਟੇ ਰਹਿਣਾ। ਹਾਲਾਂਕਿ ਉਹਨਾਂ ਨੂੰ ਇੱਕ ਜਗ੍ਹਾ ਇਹੋ ਜਿਹੀ ਇੱਕ ਕੋਈ ਵਿਵਾਦ ਨੂੰ ਲੈ ਕੇ ਕੋਈ ਬਿਆਨ ਇਹੋ ਜਿਹਾ ਦਿੱਤਾ ਸੀ ਇਹਨਾਂ ਨੇ, ਤੇ ਇਹਨਾਂ ਦਾ ਚੋਣ ਪ੍ਰਚਾਰ ਵੀ ਬੰਦ ਕਰ ਦਿੱਤਾ ਗਿਆ ਸੀ, ਪਰ ਉਸ ਦੇ ਬਾਵਜੂਦ ਵੀ ਉਹਨਾਂ ਨੇ ਹਿੰਮਤ ਨਹੀਂ ਹਾਰੀ, ਉੱਥੇ ਡਟੇ ਰਹੇ ਆ, ਉੱਥੇ ਸਟ੍ਰਾਈਕ ਕੀਤੀ ਆ ਉਹਨਾਂ ਨੇ 2-3 ਘੰਟੇ ਉੱਥੇ ਬੈਠ ਕੇ, ਤੇ ਫਿਰ ਵੀ ਉਹਨਾਂ ਦੀ ਜਿੱਤ ਹੈ। ਉਸ ਤੋਂ ਇੰਨੀਆਂ ਮੁਸ਼ਕਲਾਂ ਤੋਂ ਬਾਅਦ ਵੀ ਉਹਨਾਂ ਦੀ ਜਿੱਤ ਹੈ ਜਿਹੜੀ ਉਹ ਪੱਕੀ ਹੋਈ ਹੈ। ਤੇ ਬਿਲਕੁਲ ਰਾਜਵਿੰਦਰ, ਜਿੱਦਾਂ ਹੁਣ ਤੁਸੀਂ ਕਿਹਾ ਕਿ ਉਹਨਾਂ ਦੇ ਸੱਟ ਵੀ ਲੱਗ ਗਈ ਸੀ, ਤੇ ਉਹ ਆਪਾਂ ਸਾਰਿਆਂ ਨੂੰ ਪਤਾ ਆ ਕਿ ਕੀ ਹੋਇਆ ਕੀ ਨਹੀਂ ਹੋਇਆ, ਤੇ ਇਹ ਆ ਕਿ ਸੰਘਰਸ਼ ਜਿਹੜਾ ਹੈਗਾ ਆ ਕਰਨਾ ਚਾਹੀਦਾ, ਤੇ ਸੰਘਰਸ਼ ਤੋਂ ਹੀ ਉੱਪਰ ਉੱਠ ਕੇ ਤੁਸੀਂ ਆਪਣੀ ਮੰਜ਼ਿਲ ਨੂੰ ਹਾਸਲ ਕਰ ਸਕਦੇ ਆ। ਇੱਕ ਵਾਰ ਫਿਰ ਦਿਲ ਤੋਂ ਸਲੂਟ ਕਰਦੀ ਆ ਇਸ ਬੰਗਾਲ ਦੀ ਸ਼ੇਰਨੀ ਨੂੰ, ਤੇ ਭਾਵੇਂ ਖੁਦ ਹੀ ਉਹ ਸੀਟ ਹਾਰ ਗਈ ਆ, ਬਟ ਇੱਕ ਵਾਰੀ ਮੈਂ ਕਹਿੰਨੀ ਆ ਕਿ ਸਲੂਟ ਆ ਦਿਲ ਤੋਂ। ਤੇ ਇਦਾਂ ਦੀਆਂ ਔਰਤਾਂ ਜੇਕਰ ਆਪਣੇ ਸਮਾਜ ਦੇ ਵਿੱਚ ਆਣ, ਤੇ ਮੈਨੂੰ ਨਹੀਂ ਲੱਗਦਾ ਕਿ ਸਾਡੇ ਇੰਡੀਆ ਦਾ ਨਕਸ਼ਾ ਜਿਹੜਾ ਹੈਗਾ ਆ ਉਹਨੂੰ ਅਸੀਂ ਚੇਂਜ ਨਾ ਕਰ ਸਕੀਏ। ਬਿਲਕੁਲ ਜੀ। ਤੇ ਜਿਹੜੀ ਦੂਸਰੀ ਸਾਡੀ ਖਬਰ ਹੈਗੀ ਆ ਉਹ ਕਰੋਨਾ ਨੂੰ ਲੈ ਕੇ ਆ, ਕਿਉਂਕਿ ਪੰਜਾਬ 'ਚ 15 ਮਈ ਤੱਕ ਸਖਤ ਪਾਬੰਦੀਆਂ ਹੋ ਗਈਆਂ, ਤੇ ਇਹ ਜਿਹੜਾ ਬਿਆਨ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ, ਕੱਲ ਅਚਾਨਕ ਹੀ ਸ਼ਾਮ ਟਾਈਮ ਕਹਿ ਲਓ ਕਿ ਆਪਾਂ ਨੂੰ ਪਤਾ ਲੱਗਦਾ ਪਾਬੰਦੀਆਂ ਸਾਹਮਣੇ ਆਉਂਦੀਆਂ, ਜਿਹਦੇ ਵਿੱਚ ਉਹਨਾਂ ਨੇ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ, ਤੇ ਪੰਜਾਬ ਦੇ ਵਿੱਚ ਕਿਸੇ ਨੇ ਵੀ ਦਾਖਲ ਹੋਣਾ ਹੈ ਤੇ ਉਹਨਾਂ ਨੂੰ ਕਰੋਨਾ ਨੈਗੇਟਿਵ ਰਿਪੋਰਟ ਹੈ ਜਿਹੜੀ ਕਰੋਨਾ ਦੀ ਉਹ ਦੇਣੀ ਪਊਗੀ, ਤੇ ਉਹ ਪਿਛਲੇ 72 ਘੰਟੇ ਜਿਹੜੀ ਆ ਪੁਰਾਣੀ ਹੋਣੀ ਚਾਹੀਦੀ ਹੈ। ਤੇ ਰਾਜਵਿੰਦਰ, ਜੇ ਆਪਾਂ ਗੱਲ ਕਰੀਏ ਕਿ ਜਦੋਂ ਕਰੋਨਾ ਕਾਲ ਸ਼ੁਰੂ ਹੁੰਦਾ ਲਾਸਟ ਈਅਰ ਤੋਂ ਵੀ,
ਉਦੋਂ ਵੀ ਸਾਰੇ ਦੇਸ਼ ਵਿੱਚ ਸਪੈਸ਼ਲੀ ਆਪਾਂ ਗੱਲ ਕਰੀਏ ਪੰਜਾਬ ਦੀ, ਤੇ ਪੰਜਾਬ ਦੇ ਵਿੱਚ ਉਦੋਂ ਵੀ ਖੜੇ ਪੈਰ ਇਹਨਾਂ ਨੇ ਬਿਨਾਂ ਕੋਈ ਵਾਰਨਿੰਗ ਦਿੱਤਿਆਂ ਇਹਨਾਂ ਨੇ ਲੋਕਡਾਊਨ ਲਗਾ ਦਿੱਤੀ ਸੀ। ਤੇ ਆਹੀ ਕੰਮ ਸੇਮ ਇਹਨਾਂ ਨੇ ਕੱਲ ਫਿਰ ਕੀਤਾ, ਕਿਉਂਕਿ ਵੀਕਐਂਡ ਦਾ ਲੋਕਡਾਊਨ ਪਹਿਲਾਂ ਲੱਗਿਆ ਹੋਇਆ ਸੀਗਾ ਤੇ ਇਹਨਾਂ ਨੇ ਬਿਨਾਂ ਕਿਸੇ ਵਾਰਨਿੰਗ ਤੋਂ ਕੁਝ ਵੀ ਹੈਗਾ ਕਿ ਇੱਕ ਉਹਨਾਂ ਨੇ ਲੋਕਡਾਊਨ ਲਗਾ ਦਿੱਤੀ ਆ 15 ਮਈ ਤੱਕ। ਹੁਣ ਆਪਾਂ ਸਭ ਨੂੰ ਪਤਾ ਕਿ 2 ਹਫ਼ਤਿਆਂ ਦਾ ਜਿਹੜਾ ਇਹ ਲੋਕਡਾਊਨ ਹੈਗਾ, ਉਸ ਤੋਂ ਬਾਅਦ ਕੀ ਹੋਣਾ ਆ ਉਹ ਸਭ ਨੂੰ ਪਤਾ ਆ ਕਿ ਇਹ ਇਹਨਾਂ ਨੇ ਐਕਸਟੈਂਡ ਕਰਕੇ 2 ਹਫ਼ਤਿਆਂ ਦਾ ਹੋਰ ਲੈ ਕੇ ਆਣਗੇ। ਤੇ ਗੱਲ ਆਪਾਂ ਕਰਦੇ ਆ ਕਿ ਜੇਕਰ ਹੁਣ ਦਿੱਲੀ ਸੰਘਰਸ਼ ਚੱਲ ਰਿਹਾ ਆ, ਬਹੁਤ ਜਾਣੇ ਜਾ ਕੇ ਉੱਥੇ ਬੈਠੇ ਆ, ਉਹਨਾਂ ਨੇ ਵਾਰੀਆਂ ਪਾਈਆਂ ਕਿ ਅੱਧੇ ਜਿਹੜੇ ਮੈਂਬਰਸ ਹੈਗੇ ਆ ਉਹਨਾਂ ਨੇ ਆਉਣਾ ਆ, ਉਹਨਾਂ ਵੀ ਆਵਾਜਾਈ ਉਹਨਾਂ ਦੀ ਲੱਗੀ ਰਹਿੰਦੀ ਆ ਹਫ਼ਤੇ 10 ਦਿਨ ਦੀ। ਜੀ ਹੁਣ ਨਾਲ ਦੀ ਨਾਲ ਜਿਹੜਾ ਹੈਗਾ ਕਿ ਪੰਜਾਬ ਤੋਂ ਪਹਿਲਾਂ ਹਰਿਆਣੇ ਦੇ ਜਿਹੜੇ ਆ ਬਾਰਡਰ ਬੰਦ ਕੀਤੀ ਆ। ਸਭ ਤੋਂ ਪਹਿਲਾਂ ਜਿਹੜਾ ਹੈਗਾ ਹੈ ਲੋਕਡਾਊਨ ਆਪਾਂ ਕਹਿ ਲਈਏ, ਕਰਫਿਊ ਕਹਿ ਲਈਏ, ਕਿ ਉਹ ਹਰਿਆਣੇ ਦੇ ਵਿੱਚ ਇਹਨਾਂ ਨੇ ਲਾਗੂ ਕੀਤਾ। ਉਸ ਤੋਂ ਬਾਅਦ ਨਾਲ ਦੀ ਨਾਲ ਹੀ ਕੁਝ ਕੁ ਘੰਟਿਆਂ ਬਾਅਦ ਇਹਨਾਂ ਨੇ ਪੰਜਾਬ ਦੀ ਅਨਾਉਂਸਮੈਂਟ ਕਰ ਦਿੱਤੀ ਆ। ਤੇ ਸੋਚਣ ਵਾਲੀ ਗੱਲ ਇਹ ਹੈਗੀ ਆ ਕਿ ਇੱਕ ਪਾਸੇ ਤਾਂ ਇਲੈਕਸ਼ਨਸ ਜਿਹੜੇ ਹੈਗੇ ਆ ਉਹਨਾਂ ਦੀ ਰਿਜ਼ਲਟਸ ਆਏ ਆ, ਤੇ ਦੂਜੇ ਪਾਸੇ ਇੱਕਦਮ ਜਿਹੜਾ ਹੈਗਾ ਆ ਇਹਨਾਂ ਨੇ ਲੋਕਡਾਊਨ ਲਾ ਦਿੱਤਾ ਹਰਿਆਣੇ ਵਿੱਚ ਤੇ ਪੰਜਾਬ ਦੇ ਵਿੱਚ। ਤੇ ਜਿਹੜੀਆਂ ਆਪਾਂ ਕਹਿ ਲਈਏ ਕੰਡੀਸ਼ਨਸ ਰੱਖੀਆਂ ਆ, ਇਹ ਕੁਝ ਜ਼ਿਆਦਤੀ ਕਰਨ ਵਾਲੀ ਗੱਲ ਹੈਗੀ ਆ, ਕਿਉਂਕਿ ਹੁਣ ਜੇਕਰ ਕੋਈ ਉਧਰਲੇ ਹਰਿਆਣੇ ਦੇ ਵਿੱਚ ਆ ਜਾਂ ਦਿੱਲੀ ਬਾਰਡਰ ਤੇ ਉਹਨਾਂ ਨੇ ਵਾਪਸ ਆਣਾ, ਆਪਣੇ ਘਰ ਨੂੰ ਆਣਾ, ਕੋਈ ਬੱਚੇ ਵੀ ਲੈ ਕੇ ਗਏ ਹੁੰਦੇ ਆ, ਉਹਨਾਂ ਨੇ ਵਾਪਸ ਘਰ ਨੂੰ ਆਣਾ, ਤੇ ਤੁਸੀਂ ਦੱਸੋ ਕਿ ਜੇਕਰ ਹੁਣ ਕੱਲ ਦੇ ਗਏ ਅੱਜ ਵਾਪਸ ਆਣਾ ਤਾਂ ਕਿੱਥੋਂ ਉਹ 72 ਆਵਰਸ ਦੀ ਉਹ ਰਿਪੋਰਟ ਲੈ ਕੇ ਆਣਗੇ। ਇਹ ਹੈ ਕਿ ਪਬਲਿਕ ਨੂੰ ਖੱਜਲ ਖਵਾਰ ਕਰਨ ਦਾ ਜਿਹੜਾ ਇਹ ਕੰਮ ਸਾਡੇ ਕੈਪਟਨ ਸਾਹਿਬ ਨੇ ਕੀਤਾ ਆ, ਮੈਨੂੰ ਨਹੀਂ ਲੱਗਦਾ ਕਿ ਜਿਹੜੀਆਂ ਸਾਡੀਆਂ ਸਰਕਾਰਾਂ ਇਹ ਸੋਚ ਸਮਝ ਕੇ ਕੋਈ ਇਹ ਕਦਮ ਚੁੱਕਦੀਆਂ ਆ। ਕੁਛ ਨਾ ਕੁਛ ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਹੁਣ ਬਿਜ਼ਨਸ ਜਿਹੜੇ ਆ, ਹਜੇ ਤਾਂ ਪਹਿਲਾਂ ਵੀ ਮੈਂ ਕਹਿ ਚੁੱਕੀ ਹਾਂ ਕਿ ਖੁੱਲਣ ਤੋਂ ਪਹਿਲਾਂ ਉਹਨਾਂ ਦੇ ਦਰਵਾਜ਼ੇ ਫਿਰ ਬੰਦ ਕਰ ਦਿੱਤੇ ਆ। ਲੋਕਡਾਊਨ ਜਿਹੜਾ ਬਾਹਰਲੇ ਮੁਲਕਾਂ ਵਿੱਚ ਵੀ ਲੱਗਦਾ ਆ, ਉੱਥੇ ਵੀ ਬਿਜ਼ਨਸ ਬੰਦ ਹੁੰਦੇ ਆ, ਲੋਕਾਂ ਨੂੰ ਘਰਾਂ ਦੇ ਵਿੱਚ ਤਾੜਿਆ ਜਾਂਦਾ ਆ। ਤੇ ਹੁਣ ਵੀ ਇੱਥੇ ਕਹਿ ਦਿੱਤਾ ਕਿ ਆਫਿਸ ਦੇ ਵਿੱਚ ਵੀ ਜਿਹੜੇ ਕੰਮ ਕਰ ਰਹੇ ਆ ਉਹ 50% ਸਟਾਫ ਜਿਹੜਾ ਕੰਮ ਕਰੂਗਾ, ਤੇ ਜਿੱਥੇ 10 ਜਾਣੇ ਕਰਦੇ ਤੇ ਉੱਥੇ 5 ਜਾਣੇ ਹੀ ਉੱਥੇ ਕੰਮ ਕਰਨਗੇ। ਤੇ ਹੁਣ ਗੱਲ ਇੱਥੇ ਆਉਂਦੀ ਆ ਰਾਜਵਿੰਦਰ ਕਿ ਉਹਨਾਂ ਨੂੰ ਤਨਖਾਹਾਂ ਕੌਣ ਦੇਊਗਾ ਜਿਹਨਾਂ ਦੇ ਬਿਜ਼ਨਸ ਬੰਦ ਕਰ ਦਿੱਤੇ ਆ। ਰੈਸਟੋਰੈਂਟ ਸੀਗੇ, ਦੁਕਾਨਾਂ ਜਿਹੜੀਆਂ ਹੈਗੀਆਂ ਕੱਪੜੇ ਦੀਆਂ, ਹਰ ਇੱਕ ਚੀਜ਼ ਜਿਹੜੀ ਹੈਗੀ ਆ ਕਿ ਬੰਦ ਹੋ ਗਈ ਆ। ਹੁਣ ਘਰ ਬੈਠਿਆਂ ਨੂੰ ਆਪਾਂ ਨੂੰ ਸਭ ਨੂੰ ਪਤਾ ਕਿ ਜਦੋਂ ਸਾਰਾ ਟੱਬਰ ਘਰ ਹੁੰਦਾ ਆ ਤੇ ਖਾਂਦੇ ਵੀ ਜ਼ਿਆਦਾ ਆ, ਕਿਉਂਕਿ ਕਰਨਾ ਕੀ ਆ, ਕਦੇ ਚਾਹ ਬਣਾ ਲਈ, ਕਦੇ ਰੋਟੀ ਬਣਾ ਲਈ, ਕਦੇ ਕੁਝ ਕਰ ਲਿਆ, ਖਰਚਾ ਜ਼ਿਆਦਾ ਹੋ ਜਾਂਦਾ। ਕੀ ਸਰਕਾਰਾਂ ਬਾਹਰਲੇ ਮੁਲਕਾਂ ਦੇ ਮਗਰ ਲੱਗ ਕੇ ਉਹਨਾਂ ਦੀ ਕਾਪੀ ਤਾਂ ਅਸੀਂ ਕਰਦੇ ਆ ਕਿ ਉਹਨਾਂ ਨੇ ਲੋਕਡਾਊਨ ਕੀਤਾ, ਅਸੀਂ ਵੀ ਕਰੀਏ, ਤੇ ਇਹਨਾਂ ਨੂੰ ਪੈਸੇ ਵੀ ਮਿਲਦੇ ਆ WHO ਤੋਂ, ਤੇ ਉਹ ਪੈਸਾ ਜਾਂਦਾ ਕਿੱਥੇ ਆ? ਬਾਹਰਲੇ ਮੁਲਕਾਂ ਦੇ, ਭਾਵੇਂ ਆਪਾਂ UK ਦੀ ਗੱਲ ਕਰੀਏ, ਕੈਨੇਡਾ ਦੀ ਕਰੀਏ, USA ਦੀ ਕਰੀਏ, ਹਰ ਇੱਕ ਜਿਹੜਾ ਦੇਸ਼ ਆ ਉਹ ਜਦੋਂ ਪਬਲਿਕ ਨੂੰ ਉਹ ਲੋਕਡਾਊਨ ਲਗਾਉਂਦੇ ਆ, ਉਹਨਾਂ ਨੂੰ ਐਟਲੀਸਟ ਰੋਟੀ ਖਾਣ ਜੋਗੇ ਪੈਸੇ ਉਹਨਾਂ ਦੇ ਹਰ ਮਹੀਨੇ ਆਉਂਦੇ ਆ। ਬਿਜ਼ਨਸ ਜਿਹੜੇ ਬੰਦ ਕੀਤੇ ਜਾਂਦੇ ਆ ਉਹਨਾਂ ਨੂੰ ਕੰਪਨਸੇਸ਼ਨ ਦਿੰਦੇ ਆ, ਉਹਨਾਂ ਦੀ ਬੈਕਅਪ ਦਿੰਦੇ ਆ ਉਹਨਾਂ ਨੂੰ ਕਿ ਹਾਂਜੀ ਇਹਨਾਂ ਨੂੰ ਘਾਟਾ ਪੈ ਚੱਕਾ, ਇਹਨਾਂ ਦੀ ਦੁਕਾਨਾਂ ਬੰਦ ਹੈਗੀਆਂ। ਇੱਥੇ ਕੀ ਹੁੰਦਾ? ਇੱਥੇ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਗਰੀਬ ਵੀ ਜਿਹੜਾ ਹੈਗਾ ਆ ਰੇਹੜੀ ਲਾਉਂਦਾ, ਉਹਦੇ ਲਈ ਵੀ ਇਹ ਕੋਈ ਰੋਟੀ ਦਾ ਪ੍ਰਬੰਧ ਕਰਦੇ ਆ। ਤੇ ਪਿਛਲੇ 20 ਸਾਲ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਆਮ ਪਬਲਿਕ ਜਿਹੜੀ ਆ ਇੱਕ ਦੂਜੇ ਦੀ ਹੈਲਪ ਨੂੰ ਬਾਹਰ ਆਉਂਦੇ ਸੀਗੇ, ਭਾਵੇਂ ਉਹ ਆਪਾਂ ਕਹਿ ਲਈਏ ਕਿ NGOs ਜਿਹੜੀਆਂ ਸੀਗੀਆਂ ਉਹ ਲੰਗਰ ਬਣਾ ਕੇ ਪ੍ਰੋਵਾਈਡ ਕਰਾਉਂਦੀਆਂ ਸੀਗੀਆਂ, ਬਾਹਰ ਜਾਂਦੇ ਸੀ। ਬਹੁਤ NGOs ਜਿਹੜੀਆਂ ਅੱਗੇ ਆਣ ਕੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ, ਤੇ ਹੁਣ ਫਿਰ ਉਸੇ ਹੀ ਆਪਾਂ ਕਹਿ ਲਈਏ ਕਗਾਰ ਤੇ ਲਿਆ ਕੇ ਇਹਨਾਂ ਨੇ ਸਾਨੂੰ ਫਿਰ ਖੜਿਆਂ ਕਰ ਦਿੱਤਾ ਕਿ ਅੰਦਰ ਵੜ ਜਾਓ ਤੇ ਬੈਠੇ ਬਾਹਰ ਝਾਤੀਆਂ ਮਾਰ ਦੇਖੀ ਜੋ ਕਿ ਬਾਹਰ ਹੋ ਕੀ ਰਿਹਾ ਆ। ਤੇ ਇੱਕ ਪਾਸੇ ਇਹ ਲੱਗਦਾ ਆ ਕਿ ਸਾਡੀ ਆਵਾਮ ਜਿਹੜੀ ਆ ਉਹ ਵੀ ਆਪਣੇ ਹੱਕਾਂ ਦੇ ਲਈ ਡਰਦੇ ਰਹਿੰਦੇ ਆ, ਸਹੀ ਤਰੀਕੇ ਨਾਲ ਆਵਾਜ਼ ਕਿਉਂ ਨਹੀਂ ਉਠਾਉਂਦੇ? ਕਿਉਂਕਿ ਜੇਕਰ ਅਸੀਂ ਆਹ ਕੁਛ ਹੀ ਸਹਿੰਦੇ ਰਹੇ ਆ, ਡੋਰਾਂ ਬੰਦ ਕਰ ਲਓ, ਅੰਦਰ ਬੈਠ ਜਾਓ, ਬਿਜ਼ਨਸ ਬੰਦ ਕਰ ਲਓ, ਕਿੰਨਾ ਕੁ ਟਾਈਮ ਚੱਲੂਗਾ? ਹੁਣ ਘਰ ਦੇ ਜੀ ਜਿਹੜੇ ਕਰੋਨਾ ਪੋਜ਼ਿਟਿਵ ਹੋ ਜਾਂਦੇ ਆ, ਲੱਖਾਂ ਰੁਪਈਆ ਦਾ ਖਰਚ ਕਿੱਥੋਂ ਕਰੂਗਾ ਅਗਲਾ?
ਕਿਉਂਕਿ ਸਾਲ ਤੋਂ ਤਾਂ ਬਿਜ਼ਨਸ ਬੰਦ ਪਏ ਆ, ਕਮਾਈ ਕਿਸੇ ਪਾਸੋਂ ਆ ਨਹੀਂ ਰਹੀ, ਜਿਹੜੇ ਪੈਸੇ ਬੈਂਕਾਂ 'ਚ ਪਏ ਆ ਉਹ 1 ਸਾਲ ਦੇ ਵਿੱਚ ਤਕਰੀਬਨ ਖਤਮ ਹੋ ਚੁੱਕੇ ਹੋਣੇ ਆ। ਤੇ ਜਾਂ ਜਿੱਦਾਂ ਹੁਣ ਜਿਹਨਾਂ ਦੇ ਬਿਜ਼ਨਸ ਵੀ ਹੈਗੇ ਆ ਉਹਨਾਂ ਦੇ ਕਿਉਂਕਿ ਆਪਾਂ ਜਦੋਂ ਕਵਰ ਕਰਨ ਜਾਈਦਾ ਤੇ ਉਹ ਦੱਸਦੇ ਆ ਕਿ ਸਾਡੇ ਰੈਂਟ ਹੀ ਇੰਨੇ ਹੈਗੇ ਆ ਕਿ ਅਸੀਂ ਜਿਹੜੇ ਰੈਂਟ ਵੀ ਨਹੀਂ ਦੇ ਸਕਦੇ, ਪੱਲਿਓਂ ਪਈ ਜਾਂਦਾ ਸਭ ਕੁਝ, ਤੇ ਕਿੰਨਾ ਕੁ ਚਿਰ ਕੋਈ ਸਰਵਾਈਵ ਕਰੂਗਾ। ਤੇ ਐਂਡ ਆਫ ਦ ਡੇ ਜੇਕਰ ਸਾਡੀ ਗਵਰਨਮੈਂਟ ਨੇ ਨਹੀਂ ਕੁਝ ਕੀਤਾ ਤੇ ਆਮ ਜਨਤਾ ਜਿਹੜੀ ਹੈਗੀ ਆ ਉਹ ਇੱਕ ਦੀਵਾਲੀਆ ਨਿਕਲਣ ਦੀ ਨੌਬਤ ਤੇ ਆਣ ਕੇ ਖੜੂਗੀ। ਬਿਲਕੁਲ, ਇਸ ਦੇ ਲਈ ਸਾਡੀ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਕੁਝ ਜੀ। ਪਿਛਲੇ ਸਾਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਦੀਵਾਲੀਆ ਔਰ ਬਹੁਤ ਸਾਰੇ ਆਪਾਂ ਸੁਸਾਈਡ ਕੇਸ ਪਿਛਲੇ ਸਾਲ ਇਸੇ ਕਰਕੇ ਦੇਖੇ ਕਿ ਕਰੋਨਾ ਦੇ ਕਰਕੇ ਉਹਨਾਂ ਦੇ ਕੰਮ ਬੰਦ ਹੋ ਗਏ ਸੀ ਜਾਂ ਉਹਨਾਂ ਤੇ ਕਰਜ਼ਾ ਹੋ ਗਿਆ ਸੀ, ਕਿਸੇ ਦਾ ਘਰ ਦਾ ਲੋਨ ਚੱਲ ਰਿਹਾ ਸੀ, ਕਿਸੇ ਦਾ ਕਾਰ ਦਾ ਲੋਨ ਚੱਲ ਰਿਹਾ ਸੀ, ਉਹ ਨਾ ਮੋੜ ਸਕੇ ਤਾਂ ਉਹਨਾਂ ਨੇ ਖੁਦਕੁਸ਼ੀਆਂ ਦਾ ਰਾਹ ਫੜਿਆ। ਔਰ ਜਿੱਥੇ ਤੁਸੀਂ ਇਹ ਵੀ ਗੱਲ ਕੀਤੀ ਕਰੋਨਾ ਦੇ ਰਿਪੋਰਟ ਦੀ, ਤੁਸੀਂ ਦੇਖੋ ਕਿ ਆਪਣੇ ਜਿਹੜੇ ਹਸਪੀਟਲਾਂ ਦੀ ਹਾਲਤ ਹੈ ਪਹਿਲਾਂ ਹੀ ਤਰਸਯੋਗ ਹੈ। ਜਿਸ ਤਰ੍ਹਾਂ ਤੁਸੀਂ ਥੋੜੇ ਦਿਨ ਪਹਿਲਾਂ ਕਵਰ ਕਰਨ ਗਏ ਸੀ ਤਾਂ ਕਿਸ ਤਰ੍ਹਾਂ ਲਾਈਨ ਲੱਗੀ ਹੋਈ ਸੀ ਕਰੋਨਾ ਦਾ ਟੈਸਟ ਕਰਵਾਉਣ ਲਈ। ਹੁਣ ਦੇਖੋ ਕਿਸਾਨ ਇੰਨੇ ਉੱਥੇ ਬੈਠੇ ਆ, ਉਹਨਾਂ ਨੇ ਅਗਰ ਕਿਸੇ ਨੇ ਇੱਧਰ ਆਉਣਾ ਤੇ ਇੱਧਰ ਜਿਹੜੇ ਮਰੀਜ਼ਾਂ ਦੇ ਟੈਸਟ ਪੂਰੇ ਨਹੀਂ ਹੋ ਰਹੇ ਤੇ ਇੱਕਦਮ ਇਹਨਾਂ ਦਾ ਐਲਾਨ ਜਿਹੜਾ ਇਹਨਾਂ ਨੇ ਕੀਤਾ ਤੇ ਇੰਨੇ ਲੋਕਾਂ ਦੇ ਟੈਸਟ ਕਿੰਨੇ ਦਿਨ ਲੱਗਣਗੇ ਉਹਨਾਂ ਨੂੰ, ਕਿੰਨੀ ਜ਼ਿਆਦਾ ਖੱਜਲ ਖੁਆਰੀ ਹੈ ਜਿਹੜੀ ਆਮ ਲੋਕਾਂ ਦੀ ਇਹਦੇ ਵਿੱਚ ਹੋਊਗੀ। ਔਰ ਪਿਛਲੇ ਸਾਲ ਵੀ ਹੋਈ, ਇੱਕਦਮ ਇਹਨਾਂ ਨੇ ਲੋਕਡਾਊਨ ਕੀਤਾ, ਮਜ਼ਦੂਰ ਇੱਧਰ ਫਸ ਗਏ ਇੱਕ ਦੇ ਘਰ, ਹਾਲਾਂਕਿ ਕਰੋਨਾ ਨੂੰ ਰੋਕਣ ਲਈ ਕੀਤਾ ਸੀ ਪਰ ਇੱਕ ਘਰ ਦੇ ਵਿੱਚ 50-50 100 ਜਿਹੜੇ ਉਹ ਆ ਮਜ਼ਦੂਰ ਉੱਥੇ ਰਹਿੰਦੇ ਸੀਗੇ। ਕੀ ਫਿਰ ਜਿਹੜਾ ਉਦੋਂ ਕਰੋਨਾ ਵਧਿਆ ਹੋਊਗਾ ਕਿ ਘਟਿਆ ਹੋਊਗਾ? ਇਸ ਤਰ੍ਹਾਂ ਦੇ ਜਿਹੜੇ ਇਹਨਾਂ ਦੀਆਂ ਪਾਬੰਦੀਆਂ ਹੈਗੀਆਂ ਬਹੁਤ ਸਾਰੇ ਸਵਾਲ ਆਮ ਲੋਕਾਂ ਦੇ ਮਨਾਂ ਦੇ ਵਿੱਚ ਖੜੇ ਕਰਦੀਆਂ। ਤੇ ਬਿਲਕੁਲ ਰਾਜਵਿੰਦਰ, ਜੇਕਰ ਹੁਣ ਆਪਾਂ ਗੱਲ ਕਰੀਏ ਕਿ ਜੇਕਰ ਹੁਣ ਕਿਸੇ ਨੇ ਵੀ ਘਰ ਵਾਪਸੀ ਕਰਨੀ ਹੈ, ਚਾਹੇ ਆਪਾਂ ਕਹੀਏ ਕਿ ਦਿੱਲੀ ਦੇ ਬਾਰਡਰਾਂ ਤੇ ਗਏ ਆ, ਭਾਵੇਂ ਹੋਰ ਪ੍ਰਾਂਤਾਂ ਦੇ ਵਿੱਚ ਵੀ ਗਏ ਹੈਗੇ ਆ, ਤਾਂ ਕੀ ਫੈਸਿਲਿਟੀਜ਼ ਹੈਗੀ ਆ ਕਿ ਉਹਨਾਂ ਨੂੰ ਜਾ ਕੇ ਇੱਕ ਜਲਦੀ ਤੋਂ ਜਲਦੀ ਉਹਨਾਂ ਦੇ ਟੈਸਟ ਹੋ ਕੇ ਤੇ ਉਹਨਾਂ ਦੀ ਰਿਪੋਰਟਾਂ ਮਿਲਣ? ਇਹ ਹੈ ਕਿ ਸਾਡੀ ਗਵਰਨਮੈਂਟ ਜਿਹੜੀ ਆ ਕੋਈ ਫੈਸਿਲਿਟੀਜ਼ ਪ੍ਰੋਵਾਈਡ ਨਹੀਂ ਕਰਾਂਦੀ, ਬਟ ਇੱਕ ਹੈਗਾ ਕਿ ਆਰਡਰ ਦੇ ਦਿੰਦੇ ਆ ਕਿ ਹਾਂਜੀ ਤੁਹਾਡੇ ਨੂੰ ਆਹ ਕਰਨਾ ਪੈਣਾ, ਤੇ ਜਾਂ ਤਾਂ ਨਾਲ ਦੀ ਨਾਲ ਹੈਗਾ ਕਿ ਉਹ ਫੈਸਿਲਿਟੀਜ਼ ਵੀ ਦੇਣ, ਸਹੂਲਤਾਂ ਦੇਣ ਕਿ ਐਕਸਟਰਾ ਜਿਹੜੇ ਹੈਗੇ ਆ ਕਰੋਨਾ ਦੇ ਟੈਸਟ ਕਰਨ ਵਾਸਤੇ ਉੱਥੇ ਫੈਸਿਲਿਟੀਜ਼ ਹੋਣੀਆਂ ਚਾਹੀਦੀਆਂ। ਜੇਕਰ ਆਪਾਂ ਬਾਰਡਰ ਕ੍ਰਾਸ ਕਰਨਾ ਤੇ ਉੱਥੇ ਹੀ ਇਦਾਂ ਦਾ ਪ੍ਰਬੰਧ ਕਰੋ, ਫੈਸਿਲਿਟੀਜ਼ ਉੱਥੇ ਹੋਣੀਆਂ ਚਾਹੀਦੀਆਂ ਬਾਰਡਰ ਦੇ ਉੱਪਰ। ਜੇ ਹਰਿਆਣੇ ਤੋਂ ਆਪਾਂ ਕਹਿ ਲਈ ਕਿ ਪੰਜਾਬ ਜਾਂ ਪੰਜਾਬ ਤੋਂ ਉਧਰਲੇ ਪਾਸੇ ਜਾਣਾ ਤੇ ਉੱਥੇ ਬਿਠਾ ਲਓ, ਨਾ ਕਿ ਹਸਪੀਟਲਾਂ ਦੇ ਵਿੱਚ ਜਾ ਕੇ ਜਿੱਥੇ ਆਲਰੇਡੀ ਹੀ ਕਿਉਂ ਲੱਗੇ ਹੋਏ ਆ ਆਮ ਪੇਸ਼ੈਂਟਸ ਦੇ, ਤੇ ਉਹਨਾਂ ਦੇ ਵਿੱਚ ਜਾ ਕੇ ਜੇਕਰ ਨਹੀਂ ਵੀ ਕਰੋਨਾ ਤਾਂ ਵੀ ਕਰੋਨਾ ਕਰਾ ਕੇ ਤੇ ਘਰ ਵਾਪਸੀ ਹੋਗੀ। ਤੇ ਇਹ ਚੀਜ਼ਾਂ ਨੂੰ ਲੈ ਕੇ ਕਿਤੇ ਨਾ ਕਿਤੇ ਗਵਰਨਮੈਂਟ ਜਿਹੜੀ ਹੈਗੀ ਆ ਬਿਨਾਂ ਸੋਚੇ ਸਮਝੇ ਜਿਹੜੀ ਆਪਣੀ ਇਹ ਕਾਨੂੰਨ ਜਿਹੜੇ ਆ ਲਿਆ ਕੇ ਰੱਖ ਦਿੰਦੀ। ਤੇ ਦੂਜੇ ਪਾਸੇ ਰਾਜਵਿੰਦਰ, ਜਿੱਦਾਂ ਮੈਂ ਗੱਲ ਕੀਤੀ ਆ ਕਿ ਜਿਹੜੇ ਸਾਡੇ ਬਿੱਲ ਬੱਤੇ ਹੈਗੇ ਆ ਉਹ ਤਾਂ ਸਾਡੇ ਪਾਈਲ ਅਪ ਹੋ ਹੀ ਜਾਣੇ ਆ, ਤੇ ਗਵਰਨਮੈਂਟ ਨੂੰ ਜਾਂ ਤਾਂ ਚਾਹੀਦਾ ਜੇਕਰ ਲੋਕਡਾਊਨ ਲਾਣਾ ਆ ਕੰਪਲੀਟ, ਜਿਹੜਾ ਹੁਣ ਜਿੱਦਾਂ ਦੁਕਾਨਾਂ ਬੰਦ ਕਰਤੀਆਂ, ਜਿਹੜੀਆਂ ਆਪਾਂ ਕਹਿ ਲਈਏ ਨੈਸੈਸਿਟੀ ਚੀਜ਼ਾਂ ਦੀਆਂ ਹੈਗੀਆਂ, ਚੱਲ ਉਹ ਮੈਡੀਕਲ ਸਟੋਰਸ ਹੈਗੇ ਆ, ਭਾਵੇਂ ਖਾਣ ਪੀਣ ਦੇ ਸਟੋਰ ਹੈਗੇ ਉਹ ਖੁੱਲੇ ਆ, ਆਨਲਾਈਨ ਜਿੱਦਾਂ ਕਹਿ ਲਈਏ ਕਿ ਫੂਡ ਦੀਆਂ ਸਪਲਾਈਜ਼ ਜਿਹੜੀਆਂ ਉਹ ਵੀ ਆਊਟਲੈਟਸ ਖੁੱਲੀਆਂ ਹੋਈਆਂ, ਤੇ ਕੀ ਇਹ ਨਹੀਂ ਕਰ ਸਕਦੇ ਕਿ ਜੇਕਰ ਲੋਕ ਘਰ ਵਿੱਚ ਬੈਠੇ ਹੋਏ ਆ, ਕੰਮਾਂ ਤੇ ਜਾਂਦੇ ਨਹੀਂ, ਇਨਕਮ ਆ ਨਹੀਂ ਰਹੀ, ਤੇ ਜੇਕਰ ਹੁਣ ਜਿੱਦਾਂ ਸਾਲ 1.5 ਸਾਲ ਹੋ ਚੱਲਿਆ ਇਸ ਕਰੋਨਾ ਨੂੰ ਮਹਾਮਾਰੀ ਨੂੰ ਆਈ, ਤੇ ਕੀ ਇਹ ਕਰ ਨਹੀਂ ਸਕਦੇ ਕਿ ਅਸੀਂ 2 ਸਾਲ ਲਈ ਤਕਰੀਬਨ ਜਿਹੜੀਆਂ ਕਿਸ਼ਤਾਂ ਕਾਰਾਂ ਦੀਆਂ ਆ, ਘਰਾਂ ਦੇ ਕਿਰਾਏ ਆ, ਘਰਾਂ ਦੇ ਕਿਸ਼ਤਾਂ ਜਿਹੜੀਆਂ ਜਾਂਦੇ, ਕਈ ਹੁਣ ਜਿੱਦਾਂ ਬਹੁਤ ਲੋਨ ਵੀ ਲਈ ਲੋਕਾਂ ਨੇ ਘਰਾਂ ਦੇ ਉੱਤੇ, ਕਿਉਂਕਿ ਆਮ ਅੱਜ ਕੱਲ੍ਹ ਟ੍ਰੈਂਡ ਹੋ ਗਿਆ ਕਿ ਵੱਡੇ ਵੱਡੇ ਅਸੀਂ ਘਰ ਲੈਣੇ ਆ, ਵਧੀਆ ਘਰ ਲੈਣੇ ਆ, ਤੇ ਬੈਂਕਾਂ ਤੋਂ ਲੋਨ ਲੈ ਕੇ ਵੀ ਲੋਕਾਂ ਨੇ ਇਹ ਘਰ ਵੀ ਆ। ਤੇ ਕੋਈ ਵੀ ਚੀਜ਼ ਹੈਗੀ ਆ ਤੇ ਉਹਨਾਂ ਨੂੰ ਐਟਲੀਸਟ ਜਿੱਦਾਂ ਸਾਲ 2 ਸਾਲ ਲਈ ਉਹਨਾਂ ਨੂੰ ਹੋਲਡ ਤੇ ਲਾਣਾ ਚਾਹੀਦਾ ਆ, ਜਿੰਨਾ ਚਿਰ ਪ੍ਰੋਪਰ ਜਿਹੜੀ ਹੈਗੀ ਆ ਲੋਕਾਂ ਦੀ ਇਨਕਮ ਜਿਹੜੀ ਆ ਬੈਕ ਟੂ ਨੋਰਮਲ ਨਹੀਂ ਹੁੰਦੀ। ਕਿਉਂਕਿ ਜੇਕਰ ਕਾਰਾਂ ਦੀਆਂ ਕਿਸ਼ਤਾਂ ਨਹੀਂ ਦਿੰਦੀਆਂ ਤੇ ਠੀਕ ਹੈ, ਕੰਪਨੀ ਨੇ ਆਣ ਕੇ ਕਾਰਾਂ ਚੱਕ ਕੇ ਲੈ ਜਾਣੀਆਂ, ਤੇ ਜੇ ਕਾਰ ਹੀ ਹੈ ਨਹੀਂ ਤੇ ਜੇਕਰ ਘਰ ਦੇ ਵਿੱਚ ਕੋਈ ਬਿਮਾਰ ਪੈ ਜਾਂਦਾ ਕਿੱਦਾਂ ਕੋਈ ਕਿਸੇ ਨੂੰ ਲੈ ਕੇ ਜਾਊਗਾ। ਤੇ ਹੋਰ ਵੀ ਜਿਹੜੀਆਂ ਆਪਾਂ ਗੱਲ ਕਰੀਏ ਕਿ ਜਿੱਦਾਂ ਹੁਣ ਬਿਜ਼ਨਸਮੈਨ ਹੈਗੇ ਆ, ਉਹਨਾਂ ਦੀਆਂ ਦੁਕਾਨਾਂ ਆ, ਹੁਣ 2-2 ਲੱਖ ਰੁਪਈਆ ਜਿਹੜਾ ਹੈਗਾ ਮਹੀਨੇ ਦੀ ਕਈਆਂ ਦੀਆਂ ਰੈਂਟ ਹੈਗਾ ਆ, ਕਿੱਦਾਂ ਅਫੋਰਡ ਕਰਨਗੇ? ਤੇ ਇਹ ਚੀਜ਼ਾਂ ਗਵਰਨਮੈਂਟ ਨੂੰ ਥੋੜਾ ਦੇਖਣਾ ਚਾਹੀਦਾ ਤੇ ਸੋਚਣਾ ਚਾਹੀਦਾ, ਤੇ ਕਾਨੂੰਨ ਜਿਹੜੇ ਹੈਗੇ ਆ ਇੱਥੇ ਸੋਚ ਸਮਝ ਕੇ ਬਣਾਉਣੇ ਚਾਹੀਦੇ। ਬਿਲਕੁਲ, ਮੱਧ ਵਰਗ ਹੈ ਜਿਹੜਾ ਉਹਨੂੰ ਧਿਆਨ 'ਚ ਜ਼ਰੂਰ ਰੱਖ ਕੇ ਜਦੋਂ ਕਾਨੂੰਨ ਬਣਾ ਰਹੇ ਆ ਤਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖ ਕੇ ਕਿ ਇੱਕ ਮੱਧ ਵਰਗੀ ਪਰਿਵਾਰ ਆ ਜਿਹੜਾ ਕੀ ਉਹਦੀਆਂ ਮੁਸ਼ਕਲਾਂ ਹੋ ਸਕਦੀਆਂ, ਕੀ ਉਹਦੀਆਂ ਦਿੱਕਤਾਂ ਹੋ ਸਕਦੀਆਂ,
ਉਹਨਾਂ ਨੂੰ ਧਿਆਨ ਦੇ ਵਿੱਚ ਲੈ ਕੇ ਅਗਰ ਕਾਨੂੰਨ ਬਣਾਏ ਜਾਣ ਤਾਂ ਮੈਨੂੰ ਲੱਗਦਾ ਲੋਕ ਵੀ ਉਹਨਾਂ ਨੂੰ ਫੋਲੋ ਕਰਨ ਲੱਗੇ ਪਿੱਛੇ ਨਹੀਂ ਹਟਣਗੇ। ਔਰ ਇਸੇ ਤਰ੍ਹਾਂ ਦਾ ਇਹਨਾਂ ਨੇ ਇੱਕ ਹੋਰ ਜਿਹੜੀ ਕੱਲ ਪਾਬੰਦੀ ਲਗਾਈ ਹੈ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਕਾਰ ਦੀ ਗੱਲ ਕੀਤੀ ਹੈ ਤੇ ਉਹਦੇ ਵਿੱਚ 2 ਹੀ ਸਵਾਰੀਆਂ ਬੈਠ ਸਕਦੀਆਂ ਤੇ ਤੁਸੀਂ ਇਹ ਦੇਖੋ ਕਿ ਅਗਰ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਜਿਵੇਂ ਫੈਮਿਲੀ ਦੇ ਮੈਂਬਰ ਆ ਘਰ ਦੇ ਵਿੱਚ ਸਾਰੇ ਇਕੱਠੇ ਰਹਿੰਦੇ ਆ ਤੇ ਕਾਰ ਦੇ ਵਿੱਚ 2 ਜਾਣੇ ਜਾਣ ਦਾ ਉਹ ਵੀ ਲੌਜਿਕ ਕੁਝ ਸਮਝ ਨਹੀਂ ਆਉਂਦਾ। ਬਿਲਕੁਲ ਰਾਜਵਿੰਦਰ, ਜਿੱਦਾਂ ਹੁਣ ਤੋਂ ਗੱਲ ਕੀਤੀ ਆ ਕਿ ਜੇ ਕੋਈ ਘਰ ਦੇ ਵਿੱਚ ਬਿਮਾਰ ਹੋ ਜਾਂਦਾ ਤੇ ਜੇ ਬਿਮਾਰ ਹੋ ਜਾਂਦਾ ਤੇ ਜਿਹੜਾ ਇੱਕ ਜਣਾ ਡਰਾਈਵ ਕਰੂਗਾ ਤੇ ਜਿਹੜਾ ਬਿਮਾਰ ਪਿੱਛੇ ਪੇਸ਼ੈਂਟ ਹੋਊਗਾ ਤੇ ਉਹਨੂੰ ਪਿੱਛੇਲੀ ਸੀਟ ਦੇ ਉੱਤੇ ਆਪਾਂ ਬਿਠਾਲ ਦੇਵਾਂਗੇ ਤੇ ਜੇਕਰ ਉਹਨੂੰ ਲੁੱਕ ਆਫਟਰ ਕਰਨ ਨੂੰ ਹੀ ਪਿੱਛੇ ਜਣਾ ਕੋਈ ਹੈ ਨਹੀਂਗਾ ਤੇ ਡਰਾਈਵਰ ਜਿਹੜਾ ਹੋਊਗਾ ਕਾਰ ਦੇ ਵਿੱਚ ਤੇ ਉਹਨੂੰ ਹਸਪੀਟਲ ਤੱਕ ਲਿਜਾਣਾ ਕਿੰਨਾ ਕੁ ਮੁਸ਼ਕਿਲ ਹੋਊਗਾ। ਤੇ ਇਹ ਕਿਤੇ ਨਾ ਕਿਤੇ ਜਾ ਕੇ ਲੱਗਦਾ ਕਿ ਆਮ ਪਬਲਿਕ ਨੂੰ ਤੰਗ ਕਰਨ ਵਾਲੀ ਗੱਲ ਹੈਗੀ ਆ। ਤੇ ਦੂਜੇ ਪਾਸੇ ਇਹ ਹੈਗਾ ਕਿ ਜੇਕਰ ਸਾਡੀ ਸਰਕਾਰ ਭਾਵੇਂ ਉਹ ਆਪਣੀ ਪੰਜਾਬ ਦੀ ਸਰਕਾਰ ਆ ਭਾਵੇਂ ਸੈਂਟਰ ਸਰਕਾਰ ਕੋਈ ਵੀ ਇਹ ਕਾਨੂੰਨ ਲੈ ਕੇ ਆਂਦੀ ਆ ਤੇ ਆਮ ਪਬਲਿਕ ਨੂੰ ਰੋਟੀ ਪਾਣੀ ਖਾਣ ਜੋਗੇ ਪੈਸੇ ਜਿਹੜੇ ਹੈਗੇ ਇਹਨਾਂ ਨੂੰ ਦੇਣੇ ਚਾਹੀਦੇ ਆ। ਬਿਲਕੁਲ, ਕਿਉਂਕਿ ਅਗਰ ਇਹਨਾਂ ਨੇ ਇਹ ਕਾਨੂੰਨ ਲਾਗੂ ਕੀਤੇ ਆ ਕਿ ਘਰਾਂ ਵਿੱਚੋਂ ਬਾਹਰ ਨਾ ਨਿਕਲੋ, ਅੰਦਰ ਰਹੋ, ਜੇ ਅੰਦਰ ਰਹਿਣਾ ਆ ਤਾਂ ਤੁਸੀਂ ਐਟਲੀਸਟ ਉਹਨਾਂ ਨੂੰ ਖਾਣ ਜੋਗੇ ਤਾਂ ਪੈਸੇ ਦੇਵੋ ਕਿ ਜੇਕਰ ਨਹੀਂ ਉਹ ਉਹਨਾਂ ਦਾ ਹੋਊਗਾ ਤਾਂ ਉਹਨਾਂ ਨੇ ਹੱਥ ਪੱਲਾ ਕਿਸੇ ਨਾ ਕਿਸੇ ਪਾਸੇ ਤਾਂ ਮਾਰਨਾ ਹੀ ਆ। ਤੇ ਚੋਰੀ ਛੁਪੇ ਆਪਣੀਆਂ ਦੁਕਾਨਾਂ ਖੋਲਣਗੇ, ਆਪਣਾ ਸੌਦਾ ਵੇਚਣਗੇ ਜਾਂ ਬਾਹਰਲੇ ਕਿਤੇ ਜਾ ਕੇ ਆਪਣਾ ਜਿਹੜਾ ਹੈਗਾ ਕੰਮ ਕਰਨਗੇ ਕਿਉਂਕਿ ਰੋਟੀ ਤਾਂ ਖਾਣੀ ਆ ਹਰ ਇੱਕ ਨੇ ਤੇ ਰੋਟੀ ਬਿਨਾਂ ਸਰਦਾ ਨਹੀਂ। ਕਿਉਂਕਿ ਸਾਡੀਆਂ ਸਰਕਾਰਾਂ ਜਿਹੜੀਆਂ ਆ ਖੁਦ ਤਾਂ ਆਪਣੇ ਮਹਿਲਾਂ ਦੇ ਵਿੱਚ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਤੇ ਇਹ ਕਾਨੂੰਨ ਲਾਗੂ ਕਰ ਦਿੰਦੀਆਂ, ਬਟ ਆਮ ਪਬਲਿਕ ਜਿਹੜੀ ਹੈਗੀ ਆ ਉਹਨਾਂ ਦੇ ਜਿੱਦਾਂ ਕਹਿੰਦੇ ਹੁੰਦੇ ਆ ਘਰਾਂ ਦੇ ਵਿੱਚ ਆਣ ਕੇ ਦੇਖਣ ਕਿ ਕੀ ਉਹਨਾਂ ਦੀ ਹਾਲਤ ਹੈਗੀ ਆ ਤੇ ਕਿੱਦਾਂ ਦੀਆਂ ਮੁਸੀਬਤਾਂ ਦੇ ਵਿੱਚੋਂ ਦੀ ਲੰਘਦੇ ਆ। ਬਿਲਕੁਲ, ਸਰਕਾਰਾਂ ਨੂੰ ਜ਼ਮੀਨੀ ਪੱਧਰ ਦੀ ਕੀ ਹਕੀਕਤ ਆ ਉਹਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਹੀ ਉਹਨਾਂ ਨੂੰ ਆਮ ਲੋਕਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਕਿ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਉਹ ਸਾਹਮਣਾ ਕਰ ਸਕਦੇ ਆ ਤੇ ਕਿਸ ਤਰ੍ਹਾਂ ਉਹਨਾਂ ਦੀਆਂ ਪਰੇਸ਼ਾਨੀਆਂ ਘੱਟ ਕੀਤੀਆਂ ਜਾ ਸਕਦੀਆਂ ਉਹਦੇ ਬਾਰੇ ਅੰਦਾਜ਼ਾ ਹੋ ਸਕਦਾ ਹੈ। ਤੇ ਮੈਮ ਜਿਸ ਤਰ੍ਹਾਂ ਕਿ ਸੁਰਖੀਆਂ ਤਾਂ ਹੋਰ ਵੀ ਸੀ, ਆਪਾਂ ਗੱਲਾਂ ਹੋਰ ਵੀ ਕਰਨਾ ਚਾਹੁੰਦੇ ਸੀਗੇ ਪਰ ਸਮਾਂ ਸਾਨੂੰ ਹੁਣ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਈਏ। ਪਰ ਕੱਲ ਫਿਰ ਹਾਜ਼ਰ ਹੋਵਾਂਗੇ ਇਸ ਵਾਅਦੇ ਦੇ ਨਾਲ ਕਿ ਕੁਝ ਨਵੀਆਂ ਸੁਰਖੀਆਂ ਲੈ ਕੇ ਆਵਾਂਗੇ ਤੇ ਉਹਨਾਂ ਤੇ ਚਰਚਾ ਕਰਾਂਗੇ। ਤਦ ਤੱਕ ਲਈ ਤੁਸੀਂ ਜੁੜੇ ਰਹੋ ਵੌਇਸ ਆਫ ਪੰਜਾਬ ਟੀਵੀ ਨਾਲ ਤੇ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।